ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਬਠਿੰਡਾ ਵਿੱਚ ਪਹੁੰਚੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਤੇ ਕਈ ਸਵਾਲ ਖੜੇ ਕੀਤੇ ਹਨ। ਬਿਜਲੀ ਦੇ ਮੁੱਦੇ ਤੋਂ ਇਲਾਵਾ ਭਗਵੰਤ ਮਾਨ ਨੂੰ ਹੋਰ ਕਈ ਮੁੱਦਿਆਂ ਤੇ ਉਹਨਾਂ ਨੇ ਅੱਜ ਘੇਰਿਆ ਹੈ। ਉਹਨਾਂ ਕਿਹਾ ਕਿ ਉਹ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨਾਲ ਵੀ ਮੁਲਾਕਾਤ ਕਰਨਗੇ। ਨਵਜੋਤ ਸਿੰਘ ਸਿੱਧੂ ਦੀ ਬਠਿੰਡਾ ਫੇਰੀ ਦੇ ਮੌਕੇ ਅੱਜ ਉੱਥੋਂ ਦੀ ਲੋਕਲ ਕਾਂਗਰਸ ਲੀਡਰਸ਼ਿਪ ਗਾਇਬ ਵਿਖਾਈ ਦਿੱਤੀ। मैं दो ਗੱਲਾਂ ਵੱਲ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ। ਇੱਕ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ, ਸਾਡੀ ਵਿਗੜਦੀ ਵਿੱਤੀ ਹਾਲਤ, ਉਹਨਾਂ ਦੇ ਵਿੱਚ ਕਿ ਫ੍ਰੀ ਬੀਜ਼ ਜਿਹੜੀਆਂ ਨੇ ਇਹ ਕਿਤੇ ਪੰਜਾਬ ਨੂੰ ਦਿਵਾਲੀਆ ਨਾ ਕਰ ਦੇ। ਇਹ ਚਿੰਤਾ ਹਰੇਕ ਦੀ ਜਾਇਜ਼ ਹੈ। ਔਰ ਦੂਸਰਾ ਬਿਜਲੀ, ਮਾਫ ਕਰਨਾ, ਤੁਸੀਂ ਜਦੋਂ ਇਲੈਕਸ਼ਨ ਤੋਂ ਪਹਿਲਾਂ ਸੱਤਾ ਹਾਸਲ ਕਰਨ ਦੇ ਲਈ ਇੱਥੇ ਆਏ ਸੀ, ਤੁਸੀਂ ਅਨਾਉਂਸਮੈਂਟ ਸਾਰਿਆਂ ਜੋਗੀ ਕੀਤੀ ਸੀ ਬਿਜਲੀ ਦੀ। ਤੁਸੀਂ ਕਿਸੇ ਨੂੰ ਡੀਮਾਰਕੇਟ ਕਰਕੇ ਨਹੀਂ ਕਿਹਾ ਤੁਸੀਂ ਸਾਡੇ ਨਾਲੋਂ ਬਿਹਤਰ ਆਪਸ਼ਨ ਕਿਵੇਂ ਬਣੇ, ਕਿਉਂਕਿ ਐਸਸੀ ਭਾਈਚਾਰੇ ਨੂੰ, ਐਸਟੀ ਭਾਈਚਾਰੇ ਨੂੰ, ਫਰੀडम ਫਾਈਟਰਸ ਨੂੰ ਅਸੀਂ ਵੀ 200 ਯੂਨਿਟ ਫ੍ਰੀ ਦਿੰਦੇ ਸੀ। 2 ਮਹੀਨੇ ਦੇ 400 ਮਿਲਦੇ ਸੀ, ਤੁਸੀਂ 600 ਦੇते ਤੇ ਕਿਹੜਾ ਮਾਰਕਾ ਮਾਰਿਆ। ਤੁਸੀਂ ਇਹ ਕਿਹਾ ਵੀ ਸਾਰਿਆਂ ਨੂੰ ਦਿਆ, ਤੇ ਅੱਜ ਤੁਸੀਂ ਮੁਕਰ ਗਏ ਹੋ, ਸ਼ਰੇਆਮ ਮੁਕਰ ਗਏ ਔਰ ਬਸ਼ਰਮੀ ਨਾਲ ਮੁਕਰ ਗਏ। ਇੱਥੋਂ ਪਤਾ लगता है कि कुछ तो रही होंगी उनकी भी मजबूरियां, यूं ही चाह के तो कोई बेवफा नहीं होता। मजबूरियां की ने? मजबूरियां ये ने भी PSPCL ਦੇ ਉੱਤੇ 17,000 ਕਰੋੜ ਰੁਪਏ ਦਾ ਕਰਜ਼ਾ ਸਾਹਿਬ ਜਿਹੜਾ ਬੈਂਕਾਂ ਤੋਂ ਲਿਆ, ਸਰਕਾਰ ਦੀ ਦੇਣਦਾਰੀ ਉਹਨਾਂ ਦੀ 20,000 ਕਰੋੜ ਤੋਂ ਉੱਤੇ ਹੈ। ਤੇ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, 500 ਕਰੋੜ ਰੁਪਏ ਤਨਖਾਹਾਂ ਦੇਣ ਨੂੰ ਲੈ ਕੇ ਕਰਜ਼ਾ ਬੋਰਡ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ। ਸੋਚ ਕੇ ਤੇ ਵੇਖੋ ਕਿਹੜੀ ਸਿਚੁਏਸ਼ਨ ਦੇ ਵਿੱਚ ਆ ਸੀ। ਇਹ ਪਹਿਲੀ ਵਾਰ ਹੈ ਅੱਜ, ਇਹ ਪਹਿਲੀ ਵਾਰ ਹੈ ਕਿ ਜਿਹੜਾ ਪੰਜਾਬ ਜਾਣਿਆ ਜਾਂਦਾ ਸੀਗਾ ਜੀ ਨੰਬਰ 1 ਪਰਮਵੀਰ ਚੱਕਰ ਜਿੱਤੇ, ਨੰਬਰ 1 ਇਨ ਗ੍ਰੀਨ ਰੈਵੋਲੂਸ਼ਨ, ਨੰਬਰ 1 ਵਾਈਟ ਰੈਵੋਲੂਸ਼ਨ, ਪਹਾੜਾ ਡੈਮ ਨੰਬਰ 1। ਅੱਜ ਸਾਡਾ 55% GDP ਦਾ ਹਿੱਸਾ, 55% of our GDP is debt ridden। मतलब ਆਮ ਬੰਦੇ ਨੂੰ ਜੇ ਸਮਝਾਣਾ ਹੋਵੇ, ਕਿਸੇ ਪੰਜਾਬੀ ਦੇ ਨਾਲ ਕਨਵਰਸੇਸ਼ਨ ਕਰਨੀ ਹੋਵੇ, ਤੇ ਬੜੀ ਗੱਲ ਸਾਫ਼ ਹੈ ਕਿ 55% ਆਪਣੀ ਪੰਜਾਬੀਆਂ ਦੀ ਸਾਰੀ ਆਮਦਨ ਰਲਾ ਕੇ ਕਰਜ਼ੇ ਚਾਰੀ, which is alarming ਕਿਉਂਕਿ ਇਹ ਹਾਈਐਸਟ ਹੈ ਇੰਡੀਆ 'ਚ। ਅੱਜ ਅਸੀਂ ਜਾਣੇ ਜਾਂਦੇ ਹਾਂ ਕਿ ਕਰਜ਼ੇ ਦੇ ਵਿੱਚ ਸਾਡੀ GDP ਨੰਬਰ 1, which is shocking। मैं पूछना चाहना, और मैं स्पेसिफिक सवाल ने लिखे भी सी कि भाई सरकार ये दसे और पारदर्शिता दे नाल दसे भी 6,000 करोड़ रुपये कित्थों लिया। जे 6,000 करोड़ रुपये लगने, जेडे 600 यूनिट डिस्क्रिमिनेशन नाल दिते सारिਆਂ ਨੂੰ ਦਿੰਦੇ ਤੇ फिर तो बिल्कुल ही गल ही खत्म हो जाती ना। फिर तो मतलब ये 70% ਆਬਾਦੀ ਬਾਹਰ ਕੱਢਤੀ। ਕੀ ਤੁਸੀਂ ਕੋਈ ਪਾਲਿਸੀ ਬਣਾਈ ਸੀ ਜਿਹਦੀ ਕੋਈ ਬਜਟਰੀ ਐਲੋਕੇਸ਼ਨ? ਮੈਂ ਰੋਂਦਾ ਰਿਹਾ ਪਹਿਲੇ ਦਿਨ ਤੋਂ ਔਰ ਕਹਿੰਦਾ ਰਿਹਾ ਪੁੱਛੋ ਪੈਸੇ ਕਿੱਥੋਂ ਆਏ। ਦੱਸੋ ਤੁਸੀਂ ਕੋਈ ਪਾਲਿਸੀ ਇਹ ਜੀ ਤੈਅ ਕੀਤੀ ਸੀ ਇਹ ਅਨਾਉਂਸਮੈਂਟ ਕਰਨ ਤੋਂ ਪਹਿਲਾਂ ਜਿਹਦੇ 'ਚ ਤੁਹਾਡੀ ਉਹ ਪਾਲਿਸੀ ਦੇ ਵਿੱਚ ਬਜਟਰੀ ਐਲੋਕੇਸ਼ਨ ਹੋਵੇ ਔਰ ਬਜਟਰੀ ਐਲੋਕੇਸ਼ਨ ਕਿੱਥੋਂ ਆਣੀ ਹੈ ਉਹਦਾ ਕੋਈ ਵੇਰਵਾ ਹੋਵੇ? ਦੱਸੋ ਸਾਰੇ ਪੰਜਾਬ ਵੀ ਤੁਸੀਂ ਕਿੱਥੋਂ ਲਿਆਉਂਗੇ। ਮੈਨੂੰ ਤਾਂ ਲੱਗਦਾ ਹੈ ਕਿ ਇਹ ਇੱਕ ਇਲੈਕਸ਼ਨ ਗਿਮਿਕ ਹੈ। ਤੁਸੀਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਨਹੀਂ ਅਨਾਉਂਸਮੈਂਟ ਕੀਤੀ। ਜੇ 8 ਜੁਲਾਈ ਨੂੰ ਕਰਨੀ ਤੁਸੀਂ 7 ਜੁਲਾਈ ਨੂੰ ਕਹਿੰਦੇ ਵੀ ਭਾਈ 8 ਨੂੰ ਕਰ ਰਹੇ ਹੋ। ਤੁਸੀਂ ਪੰਜਾਬ ਦੀ ਪਿੱਠ ਦੇ ਉੱਤੇ ਪੱਬ ਲਾ ਕੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ 'ਚ ਇਲੈਕਸ਼ਨ ਲੜਨੇ ਚਾਹੁੰਦੇ ਹੋ। ਇਸ ਕਰਕੇ 3 ਮਹੀਨੇ ਪਹਿਲਾਂ ਅਨਾਉਂਸਮੈਂਟਾਂ ਕਰ ਰਹੇ ਹੋ। ਵੈਸੇ ਤੇ ਤੁਹਾਡੀ ਹਰੀ ਪੈਨ ਦੀ ਸਿਆਹੀ ਮੁੱਕ ਗਈ, ਹੁਣ ਤੇ ਨੀਲੇ ਪੈਨਾਂ ਦੀ ਗੱਲ ਕਰਦੇ ਹੋ ਤੁਸੀਂ। ਗੱਲ ਸਮਝੋ ਨਾ ਕਿ ਅੱਜ ਤੁਸੀਂ ਕਰੋੜਾਂ ਰੁਪਈਆਂ ਦੇ ਇਸ਼ਤਿਹਾਰ ਪੰਜਾਬ ਸਰਕਾਰ ਦੇ ਬਾਹਰਲੇ ਸੂਬਿਆਂ ਦੇ ਵਿੱਚ
ਦੇ ਰਹੇ ਹੋ? ਤੁਹਾਨੂੰ ਕਿਹਨੇ ਇਖਤਿਆਰ ਦਿੱਤਾ ਕਿ ਤੁਸੀਂ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਬਾਹਰਲੇ ਅਖਬਾਰਾਂ ਦੇ ਵਿੱਚ, ਸੂਬਿਆਂ ਦੇ ਵਿੱਚ ਲਵਾਓ? ਇਹ ਬਹੁਤ ਸੰਗੀਨ ਸੰਜੀਦਗੀ ਵਾਲਾ ਮਸਲਾ ਸਾਹਿਬ। ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਤੁਸੀਂ ਆਹ ਕੁਝ ਕਰ ਰਹੇ ਹੋ। ਮੈਨੂੰ ਦੱਸੋ ਪਾਲਿਸੀ ਡਰਿਵਨ ਤੁਹਾਡੇ ਕੋਲ ਕੀ ਹੈ? ਜਿਹੜੇ ਕਹਿੰਦੇ ਹੁੰਦੇ ਕਾਰਪੋਰੇਸ਼ਨ ਬਣਾਵਾਂਗੇ, ਉਹ ਅੱਜ ਦੀਪ ਮਲਹੋਤਰੇ ਵਰਗੇ ਬੰਦਿਆਂ ਨਾਲ ਸਾਰੀ ਦਿੱਲੀ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਕਰਦੇ ਸ਼ਰਾਬ ਦੀ। ਮੈਂ ਕੋਈ ਉਹਦੇ ਹੱਕ 'ਚ ਨਹੀਂ, ਬਟ ਸਭ ਤੋਂ ਵੱਧ ਪੈਸੇ ਉੱਥੋਂ ਨਿਕਲਦੇ ਆ। 20,000 ਕਰੋੜ ਰੁਪਇਆ ਮੈਂ ਉੱਥੋਂ ਕੱਢ ਦੂੰ ਤੇ 30,000 ਕਰੋੜ ਰੁਪਇਆ ਮੈਂ ਕਰਪਸ਼ਨ ਬੰਦ ਕਰਕੇ ਕੱਢ ਦੂੰ। ਫਿਰ ਕੱਢ ਲੈ ਭਾਈ, ਫਿਰ ਦੇ ਦੇਣੇ ਸੀ ਸਾਰੀ ਕੈਟਾਗਰੀ ਨੂੰ, ਫਿਰ ਜਨਰਲ ਕੈਟਾਗਰੀ ਨੂੰ। ਇਹ ਕੈਟਾਗਰਾਈਜ਼ ਕਿਉਂ ਕਰਦਾ ਪੰਜਾਬ ਤੇ ਜਾਤ ਪਾਤ ਮੰਨਦਾ ਹੀ। ਪੰਜਾਬ ਤੇ ਕਹਿੰਦਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ। ਕੱਢ ਭਾਈ 20,000 ਕਰੋੜ ਰੁਪਇਆ। ਮੈਂ ਚੈਲੰਜ ਕਰਦਾ, ਜਦ ਤੱਕ ਠੇਕੇਦਾਰੀ ਸਿਸਟਮ ਹੈ ਪੰਜਾਬ 'ਚ, ਤੂੰ 200 ਕੱਢ ਕੇ ਖਾ। ਪਹਿਲੇ ਦਿਨ ਤੋਂ ਕਹਿੰਦਾ ਸੀਗਾ ਵੀ ਠੇਕੇਦਾਰੀ ਸਿਸਟਮ 'ਚ ਜਿੱਦਨ ਤੇਲੰਗਾਨਾ ਨੇ ਕੀਤੇ 10 ਕਰੋੜ ਨਿਕਲੇ ਸੀ। ਜਿੱਦਨ ਠੇਕੇਦਾਰੀ ਸਿਸਟਮ ਅਬੋਲਿਸ਼ ਕਰਕੇ ਸੈਂਡ ਦਾ ਕੰਟਰੋਲ ਲਿਆ ਤੇ ਪਹਿਲੇ ਸਾਲ 400 ਕਰੋੜ, ਦੂਜੇ 700, ਤੀਜੇ 1200 ਤੇ 4 ਸਾਲਾਂ 2400। ਇਸੇ ਤਰ੍ਹਾਂ ਤੁਸੀਂ ਠੇਕੇਦਾਰ ਬਿਠਾਤੇ, 2-2 ਜ਼ੋਨ ਦੀ ਪਾਲਿਸੀ, 4-4 ਜ਼ੋਨ ਦੇ ਵਿੱਚ ਦਿਲ ਕਰੀ। ਤੁਸੀਂ ਕਹਿੰਦੇ ਸੀ ਪ੍ਰਾਈਵੇਟਾਈਜ਼ ਨਹੀਂ ਕਰੀ, ਸਾਰੀ ਦਿੱਲੀ ਦੇ ਗਲੀ ਸ਼ਰਾਬ ਵੇਚਣ ਲਾਤੀ ਤੁਸੀਂ ਪ੍ਰਾਈਵੇਟਾਈਜ਼। ਤੇ ਕਿਹੜੀ ਪਾਲਿਸੀ ਹੈ ਤੁਹਾਡੀ ਸ਼ਰਾਬ ਨੀਤੀ? ਦਿਓ। ਮੈਂ ਇਹ ਨਹੀਂ ਕਹਿੰਦਾ ਕਿ ਅੱਜ 1 ਮਹੀਨਾ ਹੋਇਆ ਭਾਈ ਸਰਕਾਰ ਨੂੰ ਵੱਧ ਹੋ ਦਿਓ, ਪਰ ਲਾਅ ਐਂਡ ਆਰਡਰ ਦੇ ਵਾਸਤੇ ਤਾਂ ਕੋਈ ਟਾਈਮ ਲਿਮਿਟ ਨਹੀਂ ਹੁੰਦੀ। ਉਹ ਤਾਂ ਡੇ 1 ਤੋਂ ਜਾਨ ਮਾਲ ਦਾ ਜਿਹੜਾ ਅਧਿਕਾਰ ਹੈ, ਉਹ ਪਹਿਲਾ ਫੰਡਾਮੈਂਟਲ ਰਾਈਟ ਹੈ ਕਿਸੇ ਵੀ ਬੰਦੇ ਦਾ। ਪਹਿਲਾ ਫੰਡਾਮੈਂਟਲ ਰਾਈਟ ਵੀ ਮੇਰੀ ਜਾਨ ਮਹਿਫੂਜ਼ ਰਹੇ, ਮੇਰਾ ਮਾਲ, ਮੇਰਾ ਬਿਜ਼ਨਸ ਮਹਿਫੂਜ਼ ਰਹੇ। ਖਾਸ ਤੌਰ ਤੇ ਸ਼ਹਿਰ ਪਿੰਡਾਂ ਕੀ ਚਾਹੁੰਦੇ ਆ? ਅਗਲੇ ਬਿਜ਼ਨਸ ਚਾਹੁੰਦੇ ਆ, ਅਗਲੇ ਅਮਨ ਮਾਨ ਚਾਹੁੰਦੇ ਆ, ਅਗਲੇ ਚਾਹੁੰਦੇ ਆ ਵੀ ਸਾਡੀਆਂ ਦੁਕਾਨਾਂ ਦੇ ਉੱਤੇ ਕੋਈ ਇਹੋ ਜਿਹੀ ਆਪਦਾ ਨਾ ਆਵੇ ਕਿ ਸਾਡਾ ਬਿਜ਼ਨਸ ਇਫੈਕਟ ਹੋਵੇ। ਕਿਸੇ ਨੂੰ ਦਾਤੀਆਂ ਨਾਲ ਟੁੱਕੀ ਜਾਂਦੇ ਆ, ਕਿਤੇ ਕਬਜ਼ੇ ਚੱਲੀ ਜਾਂਦੇ ਆ, ਕਿਤੇ ਫਰੌਤੀਆਂ ਹੋਈ ਜਾਂਦੀਆਂ ਨੇ, ਕਬੱਡੀ ਜੇਲ੍ਹਾਂ 'ਚ ਚੱਲੀ ਜਾਂਦੀ ਹੈ। ਹਾਂਜੀ, ਹਰ ਰੋਜ਼ ਮੈਂ ਦੇਖਦਾ ਕਦੇ ਕਿਸੇ ਨੂੰ ਵੱਢਤਾ, ਕਿਸੇ ਨੂੰ ਟੁੱਕਤਾ, ਕਿਸੇ ਵਰਕਰ ਨੂੰ ਮਾਰ ਦਿੰਦੇ ਆ, ਟਰੱਕ ਯੂਨੀਅਨ ਦੇ ਕਬਜ਼ੇ ਚੱਲੀ ਜਾਂਦੇ ਆ। ਇਹ ਲਾਅ ਐਂਡ ਆਰਡਰ ਹੈ? ਕੋਈ ਐਕਸਪਲੇਨ ਕਰਦੇ ਮੈਨੂੰ, ਇਹ ਲਾਅ ਐਂਡ ਆਰਡਰ ਹੈ? ਦੂਸਰੀ ਗੱਲ ਇਹ ਹੈ ਕਿ ਜਦੋਂ ਫਾਈਨੈਂਸ਼ੀਅਲ ਸਥਿਤੀ ਦੀ ਮੈਂ ਗੱਲ ਕਰਦਾ, ਤੁਸੀਂ ਇਨਕਮ ਕਿੱਥੋਂ ਜਨਰੇਟ ਕਰ ਰਹੇ ਹੋ ਭਾਈ ਦੱਸੋ? ਕਿਉਂਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਤਾਂ ਇਹ ਕਿਹਾ ਨਹੀਂ, ਤੁਸੀਂ ਤਾਂ ਕਿਹਾ ਪਹਿਲੇ ਦਿਨ 24 ਘੰਟੇ ਬਰਗਾੜੀ, ਨਾਲ ਦੀ ਨਾਲ ਬਰਗਾੜੀ ਦਾ ਇਨਸਾਫ ਕਰਨ ਵਾਸਤੇ 24 ਘੰਟਿਆਂ ਦੇ ਵਿੱਚ ਪੰਜਾਬ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ। ਕਿਹਾ ਨਹੀਂ ਕਿਹਾ? ਹਾਂਜੀ। ਫਿਰ ਕਿਸਾਨਾਂ ਦੀ ਗੱਲ, ਤੁਹਾਨੂੰ ਪਤਾ ਹੀ ਨਹੀਂ ਖੇਤੀਬਾੜੀ ਹੁੰਦੀ ਕਿ ਉਹਦੇ 4 ਖੇਤ ਨੇ। ਠੀਕ ਹੈ, 50,000 ਅਸੀਂ ਕੰਪਨਸੇਸ਼ਨ ਦਿਆਂਗੇ, ਠੀਕ ਹੈ। ਝਾੜ 20 ਤੋਂ 50% ਘਟ ਗਿਆ। ਨੰਬਰ 1। ਨੰਬਰ 2, ਇਹ ਸਾਡੀ ਕਿਸਮਤ ਚੰਗੀ ਹੈ ਕਿ ਝਾੜ ਘਟਣ ਦੇ ਬਾਵਜੂਦ ਅੱਜ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਕਰਕੇ ਕਣਕ ਦੀ ਇੰਨੀ ਸ਼ਾਰਟੇਜ ਹੈ ਕਿ ਸਾਰਾ ਵਰਲਡ ਕਣਕ ਖਰੀਦਣ ਨੂੰ ਤਿਆਰ ਹੈ। ਭਾਵੇਂ ਦਾਣਾ ਛੋਟਾ ਹੈ, ਪਰ ਕਣਕ ਅੱਜ ਵੀ 3500 ਤੋਂ 4000 ਦੀ ਵਿਕਦੀ। ਦੱਸੋ ਤੁਸੀਂ ਕਿੱਥੇ ਭਾਗੀਦਾਰ ਬਣਾਇਆ, ਕਿੱਥੇ ਹਿੱਸੇਦਾਰ ਬਣਾਇਆ ਕਿਸਾਨ ਨੂੰ?